ओके ਜਿਹੜਾ ਆਪਣੇ ਸਿਲੇਬਸ 'ਚ ਲੈਂਗੁਏਜ ਟੀਚਿੰਗ ਐਨਾਲਿਸਿਸ ਦਾ ਯੂਨਿਟ ਲਾਸਟ ਜਿਹੜੀ ਲੈਂਗੁਏਜ ਟੀਚਿੰਗ ਐਨਾਲਿਸਿਸ ਦੇ ਵਿੱਚ ਦੋ ਕੈਟਾਗਰੀਜ਼ ਆਉਂਦੀਆਂ ਨੇ ਕੰਟਰਾਸਟਿਵ ਐਨਾਲਿਸਿਸ ਐਰਨ ਐਨਾਲਿਸਿਸ। ਸਭ ਤੋਂ ਪਹਿਲਾਂ ਆਉਂਦਾ ਕੰਟਰਾਸਟਿਵ ਐਨਾਲਿਸਿਸ। ਨਾਮ 'ਤੇ ਪਤਾ ਲੱਗ ਰਿਹਾ, ਸਿਰਫ ਆਹ ਯਾਦ ਰੱਖ ਲਓ ਕਿ ਰੋਬਰਟ ਲਾਡੋ ਨੇ ਦਿੱਤਾ ਸੀਗਾ 1957 ਦੇ ਵਿੱਚ। ਕੰਟਰਾਸਟਿਵ ਐਨਾਲਿਸਿਸ ਦਾ ਮਤਲਬ ਦੋ ਲੈਂਗੁਏਜਸ ਦੇ ਵਿੱਚ ਕੰਟਰਾਸਟ ਕਰਨਾ। ਮੰਨ ਲਓ ਇੱਕ ਲੈਂਗੁਏਜ L1 ਹੈ, ਇੱਕ L2 ਹੈ। ਇੱਕ ਸਟੂਡੈਂਟ, ਠੀਕ ਹੈ, ਜਿਵੇਂ ਪੰਜਾਬੀ ਦਾ ਸਟੂਡੈਂਟ ਹੈ, ਉਹਦੀ ਮਦਰ ਟੰਗ ਜਿਹੜੀ ਆ ਉਹ L1 ਹੋਊਗੀ, ਮਤਲਬ ਪੰਜਾਬੀ L1 ਹੋਊਗੀ। ਉਹ ਆਇਲਸ ਕਰ ਰਿਹਾ ਵਾ, ਨਵੀਂ ਲੈਂਗੁਏਜ ਸਿੱਖ ਰਿਹਾ, ਦੈਟ ਇਜ਼ ਇੰਗਲਿਸ਼, ਤਾਂ ਉਹ L2 ਹੋਊਗੀ। ਦੋਨਾਂ ਦੇ ਵਿੱਚ ਕੰਪੈਰੀਜ਼ਨ ਕਰਨਾ, ਦੋਨਾਂ 'ਚ ਸਿਮਿਲੈਰਿਟੀਜ਼ ਕੀ ਨੇ ਗ੍ਰਾਮਰ ਵਾਈਜ਼, ਠੀਕ ਹੈ, ਕਿਸੇ ਵੀ ਤਰੀਕੇ ਨਾਲ ਦੋਨਾਂ 'ਚ ਸਿਮਿਲੈਰਿਟੀਜ਼ ਕੀ ਨੇ, ਡਿਫਰੈਂਸਿਸ ਕੀ ਨੇ, ਉਹ ਪਤਾ ਕਰਨਾ, ਉਹਨੂੰ ਕਹਿੰਦੇ ਆ ਕੰਟਰਾਸਟਿਵ ਐਨਾਲਿਸਿਸ। ਡੈਫੀਨੇਸ਼ਨ 'ਚ ਸਾਰਾ ਇਹੀ ਲਿਖ ਦਿਓ। ਉਸ ਤੋਂ ਬਾਅਦ ਥੋੜ੍ਹਾ ਜਿਹਾ ਹੋਰ ਹੈ ਕਿ ਇਹਦੇ ਵਿੱਚ ਜਿਹੜਾ ਇਹ ਪਰਸਨ ਸੀਗਾ ਰੋਬਰਟ ਲਾਡੋ, ਇਹਨੇ ਕਿਹਾ, ਜਿਵੇਂ ਆਪਾਂ ਉੱਪਰ ਐਗਜ਼ਾਮਪਲ ਦਿੱਤੀ ਹੈ ਕਿ ਪੰਜਾਬੀ ਵਾਲਾ ਸਟੂਡੈਂਟ ਇੰਗਲਿਸ਼ ਸਿੱਖ ਰਿਹਾ, ਉਹ ਕਹਿੰਦਾ ਇੱਕ ਲੈਂਗੁਏਜ L1 ਹੋਗੀ, ਇੱਕ L2 ਹੋਗੀ। ਕਹਿੰਦਾ ਜਿਹੜੀਆਂ ਦੋਨਾਂ ਦੇ ਵਿੱਚ ਸਿਮਿਲੈਰਿਟੀਜ਼ ਨੇ, ਅਗਰ ਉਹਦੇ ਵਿੱਚ ਮਤਲਬ ਪੰਜਾਬੀ ਅਤੇ ਇੰਗਲਿਸ਼ ਵਿੱਚ ਕੋਈ ਵੀ ਸਿਮਿਲੈਰਿਟੀ ਹੋਈ, ਉਹ ਚੀਜ਼ ਉਸ ਬੱਚੇ ਦੀ ਹੈਲਪ ਕਰੂਗੀ ਛੇਤੀ ਇੰਗਲਿਸ਼ ਸਿੱਖਣ ਦੇ ਵਿੱਚ। ਬਟ ਅਗਰ ਪੰਜਾਬੀ ਅਤੇ ਇੰਗਲਿਸ਼ ਦੇ ਵਿੱਚ ਜਿੱਥੇ ਵੀ ਕਿਤੇ ਡਿਸਸਿਮਿਲੈਰਿਟੀ ਆ ਗਈ ਨਾ, ਜਿੱਥੇ ਵੀ ਥੋੜ੍ਹਾ ਜਿਹਾ ਫਰਕ ਆ ਗਿਆ, ਉੱਥੇ ਬੱਚੇ ਨੂੰ ਸਿੱਖਣਾ ਔਖਾ ਹੋਊਗਾ। ਠੀਕ ਹੈ, ਆਮ ਜੀ ਗੱਲ ਆ। ਜਿਵੇਂ ਆਪਾਂ ਪੰਜਾਬੀ 'ਚ ਕਹਿ ਤਾ, ਪੰਜਾਬੀ 'ਚ ਬੱਚੇ ਨੇ ਸਿੱਖਿਆ ਹੋਇਆ ਮੈਂ ਐਪਲ ਖਾਂਦਾ ਹਾਂ, ਠੀਕ ਹੈ, ਮਤਲਬ ਮੈਂ ਸਬਜੈਕਟ ਪਹਿਲਾਂ ਆਇਆ, ਔਬਜੈਕਟ ਬਾਅਦ 'ਚ ਆਇਆ, ਦੈਨ ਵਰਬ ਆ ਗਿਆ। ਜਦੋਂ ਉਹ ਇੰਗਲਿਸ਼ ਦੀ ਕਲਾਸ ਲਾਉਣ ਗਿਆ, ਉੱਥੇ ਟੀਚਰ ਨੇ ਬੋਲਿਆ ਸੇਮ ਚੀਜ਼ ਨੂੰ ਆਈ ਈਟ ਐਪਲ, ਤਾਂ ਸਬਜੈਕਟ ਇੱਥੇ ਆ ਗਿਆ, ਵਰਬ ਸੈਕਿੰਡ ਨੰਬਰ 'ਤੇ ਆ ਗਿਆ, ਅਤੇ ਪੰਜਾਬੀ ਦੇ ਵਿੱਚ ਵਰਬ ਪਿੱਛੇ ਸੀਗਾ, ਤਾਂ ਡਿਸਸਿਮਿਲੈਰਿਟੀ ਆ ਗਈ ਨਾ। ਅਗਰ ਸਿਮਿਲਰ ਹੁੰਦਾ ਤਾਂ ਉਹਨੇ ਨਾਲ ਦੀ ਨਾਲ ਸਿੱਖ ਲੈਣਾ ਸੀ ਕਿ ਜਿਵੇਂ ਮੈਂ ਪੰਜਾਬੀ 'ਚ ਪੜ੍ਹਿਆ ਉੱਦਾਂ ਹੀ ਇੰਗਲਿਸ਼ ਆ, ਉਹਦੇ ਅਕੋਰਡਿੰਗ ਬਣਦਾ ਵਾ ਸੈਂਟੈਂਸ ਪੰਜਾਬੀ ਵਾਲੇ ਦੇ ਆਈ ਐਪਲ ਈਟ। ਪਰ ਇਹ ਗਲਤ ਆ। ਇੰਗਲਿਸ਼ ਦੇ ਵਿੱਚ ਜਿਹੜਾ ਵਰਬ ਆ ਉਹ ਸੈਂਟਰ 'ਚ ਆਉਂਦਾ, ਆਬਜੈਕਟ ਪਿੱਛੇ ਆ ਜਾਂਦਾ। ਡਿਸਸਿਮਿਲੈਰਿਟੀ ਆ ਗਈ ਤਾਂ ਇੱਥੇ ਉਹਨੂੰ ਪ੍ਰੋਬਲਮ ਆਉਣੀ ਹੀ ਆਉਣੀ ਆ, ਕਨਫਿਊਜ਼ਨ ਕ੍ਰੀਏਟ ਹੋ ਗਈ। ਮਤਲਬ ਇਹਦਾ ਮਕਸਦ ਸਿਰਫ ਇਹੀ ਆ ਕੰਟਰਾਸਟਿਵ ਐਨਾਲਿਸਿਸ ਦਾ ਕਿ ਅਗਰ ਦੋ ਲੈਂਗੁਏਜਸ ਨੇ, L2 ਜਿਹੜੀ ਉਹ ਪਰਸਨ ਨਵੀਂ ਲੈਂਗੁਏਜ ਸਿੱਖ ਰਿਹਾ ਵਾ, L1 ਜਿਹੜੀ ਉਹਦੀ ਮਦਰ ਟੰਗ ਆ, ਅਗਰ ਦੋਨਾਂ ਦੇ ਵਿੱਚ ਕਿਤੇ ਵੀ ਸਿਮਿਲੈਰਿਟੀਜ਼ ਹੋਈ ਤਾਂ ਉਹ ਆਰਾਮ ਨਾਲ ਸਿੱਖ ਲੂਗਾ। ਜਿੱਥੇ ਡਿਸਸਿਮਿਲੈਰਿਟੀ ਆ ਗਈ, ਡਿਫਰੈਂਸ ਆ ਗਿਆ, ਉੱਥੇ ਉਹਨੂੰ ਡਿਫੀਕਲਟੀ ਫੇਸ ਹੋਊਗੀ। ਠੀਕ ਹੈ, ਉਸ ਤੋਂ ਬਾਅਦ ਉਹਨੇ ਕੀ ਕਿਹਾ ਕਿ ਇਸ ਚੀਜ਼ ਨੂੰ ਉਹਨੇ ਕਿਹਾ ਕੰਟਰਾਸਟਿਵ ਐਨਾਲਿਸਿਸ। ਹੁਣ ਗੱਲ ਆਉਂਦੀ ਹੈ ਕਿ ਇਹਦਾ ਕੀ ਫਾਇਦਾ। ਉਹ ਜਿਹੜਾ ਰੋਬਰਟ ਲਾਡੋ ਸੀ ਨਾ, ਉਹ ਕਹਿੰਦਾ ਕਿ ਇਹਦਾ ਇਹੀ ਫਾਇਦਾ ਵਾ ਕਿ ਅਗਰ ਆਪਾਂ ਪਹਿਲਾਂ ਹੀ ਪ੍ਰੀ ਪਲਾਨ ਕਰ ਲਈਏ, ਆਪਾਂ ਲਿਸਟ ਆਫ ਲੈਂਗੁਏਜਸ ਪ੍ਰਿਪੇਅਰ ਕਰ ਲਈਏ। ਆਪਣੇ ਕੋਲ ਅਗਰ ਕੋਈ ਸਟੂਡੈਂਟ ਆਉਂਦਾ ਵਾ, ਸੇ ਹਿੰਦੀ ਦਾ ਸਟੂਡੈਂਟ ਹੈ, ਉਹਨੇ ਫਰੈਂਚ ਸਿੱਖਣੀ ਹੈ, ਠੀਕ ਹੈ, ਤਾਂ ਆਪਾਂ ਪਹਿਲਾਂ ਹੀ ਉਹਨਾਂ ਦੀਆਂ ਸਿਮਿਲੈਰਿਟੀਜ਼ ਕੱਢ ਕੇ ਰੱਖ ਲਈਏ, ਡਿਸਸਿਮਿਲੈਰਿਟੀਜ਼ ਕੱਢ ਕੇ ਰੱਖ ਲਈਏ ਕਿ ਇਸ ਹਿੰਦੀ ਵਾਲੇ ਸਟੂਡੈਂਟ ਨੂੰ ਆਹ ਫਲਾਣੀ ਚੀਜ਼ ਦੇ ਵਿੱਚ ਡਿਫੀਕਲਟੀ ਆਉਣੀ ਆ ਜਾਂ ਇਹਦੇ ਵਿੱਚ ਉਹਨੂੰ ਡਿਫੀਕਲਟੀ ਨਹੀਂ ਆਉਣੀ। ਆਪਾਂ ਸਾਰਾ ਕੁਛ ਪਹਿਲਾਂ ਹੀ ਪ੍ਰੀ ਪਲਾਨ ਰੱਖੀਏ ਤਾਂ ਕਿ ਉਸ ਬੱਚੇ ਦਾ ਟਾਈਮ ਵੇਸਟ ਨਾ ਹੋਵੇ ਅਤੇ ਉਹਨੂੰ ਸਭ ਕੁਛ ਆਸਾਨੀ ਨਾਲ ਸਮਝ ਆ ਜਾਵੇ। ਤਾਂ ਕਰਕੇ ਇਹਦਾ ਕੌਨਸੈਪਟ ਜਿਹੜਾ ਬਹੁਤ ਫੇਮਸ ਹੋਇਆ ਕਿ ਹਾਂ ਇਹ ਲੈਂਗੁਏਜ ਲਰਨਿੰਗ ਪ੍ਰੋਬਲਮਸ ਨੂੰ ਸੋਲਵ ਕਰਦਾ। ਇੱਥੇ ਇਹਨੇ ਇੱਕ ਹੋਰ ਚੀਜ਼ ਕਹੀ ਕਿ ਜਿੰਨੇ ਵੀ ਪ੍ਰੋਬਲਮਸ ਆਉਂਦੀਆਂ, ਉਹ ਕਹਿੰਦਾ ਨਵੀਂ ਲੈਂਗੁਏਜ ਸਿੱਖਣ ਦੇ ਵਿੱਚ ਜਿੰਨੀਆਂ ਵੀ ਪ੍ਰੋਬਲਮਸ ਆਉਂਦੀਆਂ ਨੇ, ਜਿਵੇਂ ਆਪਾਂ ਉੱਪਰ ਐਗਜ਼ਾਮਪਲ ਕੀਤੀ ਸੀ ਕਿ ਅਗਰ ਇੱਕ ਪੰਜਾਬੀ ਪਰਸਨ ਆ ਜਿਹੜਾ ਉਹ ਆਇਲਸ ਕਲਾਸਿਸ ਲਗਾ ਰਿਹਾ, ਅਗਰ ਆਇਲਸ ਕਲਾਸਿਸ ਲਗਾਉਂਦੇ ਹੋਏ ਮਤਲਬ ਉਹਨੂੰ ਇੰਗਲਿਸ਼ ਸਿੱਖਦੇ ਹੋਏ, ਉਹ ਕਹਿੰਦਾ ਜਿੰਨੀਆਂ ਵੀ ਪ੍ਰੋਬਲਮਸ ਆਉਣਗੀਆਂ ਉਹ ਤਾਂ ਕਰਕੇ ਆ ਰਹੀਆਂ ਨੇ, ਉਹ ਉਹਦੀ ਮਦਰ ਟੰਗ ਕਰਕੇ ਆ ਰਹੀਆਂ ਨੇ। ਇੱਥੇ ਵੀ ਉਹਨੂੰ ਪ੍ਰੋਬਲਮ ਕਾਹਦੇ ਕਰਕੇ ਆਈ, ਕਿਉਂਕਿ ਉਹਨੇ ਪੰਜਾਬੀ 'ਚ ਇਹ ਸਿੱਖਿਆ ਹੋਇਆ ਸੀਗਾ। ਉਹ ਕਹਿੰਦਾ ਪ੍ਰੋਬਲਮਸ ਤਾਂ ਹੀ ਆਉਂਦੀਆਂ ਨੇ, ਮਤਲਬ ਪ੍ਰੋਬਲਮਸ ਦੀ ਮੇਨ ਜੜ ਕੀ ਆ, ਤੁਹਾਡੀ L1 ਲੈਂਗੁਏਜ, ਤੁਹਾਡੀ ਆਪਦੀ ਮਦਰ ਟੰਗ। ਠੀਕ ਹੈ, ਅਤੇ ਫਿਰ ਇਹਦਾ ਰਾਈਜ਼ ਐਂਡ ਫਾਲ ਦੇਖੋ। ਕੰਟਰਾਸਟਿਵ ਐਨਾਲਿਸਿਸ ਉਹਨੇ ਦੇ ਤਾ। ਪਹਿਲਾਂ ਸਾਰੇ ਲੋਕਾਂ ਨੇ ਇਹਨੂੰ ਬਹੁਤ ਜ਼ਿਆਦਾ 70 60 ਦੇ ਵਿੱਚ ਬਹੁਤ ਯੂਜ਼ ਕੀਤਾ ਵੀ ਵਧੀਆ ਚੀਜ਼ ਆ ਕਿ ਬੱਚਿਆਂ ਦਾ ਟਾਈਮ ਨਹੀਂ ਵੇਸਟ ਹੋਊਗਾ, ਲੈਂਗੁਏਜ ਲਰਨਿੰਗ ਵਧੀਆ ਹੋਊਗੀ। ਪਰ ਹੌਲੀ ਹੌਲੀ ਲੋਕ ਜਦੋਂ ਸਿਆਣੇ ਹੋਏ, ਉਹਨਾਂ ਨੇ ਇਹ ਦੇਖਿਆ ਕਿ ਜ਼ਰੂਰੀ ਥੋੜ੍ਹਾ ਕਿ ਹਰੇਕ ਪ੍ਰੋਬਲਮ ਮਦਰ ਟੰਗ ਨਾਲ ਰਿਲੇਟਡ ਹੋਵੇ। ਕਿ ਅਗਰ ਉਹ ਪਰਸਨ ਨੂੰ ਆਇਲਸ ਕਲਾਸਿਸ ਲਗਾ ਕੇ ਵੀ ਇੰਗਲਿਸ਼ ਨਹੀਂ ਆ ਰਹੀ, ਇਹਦਾ ਮਤਲਬ ਇਹ ਨਹੀਂ ਕਿ ਇਸ ਚੀਜ਼ ਲਈ ਜ਼ਿੰਮੇਵਾਰ ਉਹਦੀ ਪੰਜਾਬੀ ਹੈ, ਉਹਦੀ ਆਪਦੀ ਮਾਤ ਭਾਸ਼ਾ ਹੈ। ਹੋ ਸਕਦਾ ਉਹਦਾ ਆਪਦਾ ਹੀ ਮੂਡ ਨਾ ਹੋਵੇ ਜਾਂ ਕੋਈ ਵੀ ਪ੍ਰੋਬਲਮ ਹੋ ਸਕਦੀ ਹੈ, ਪਰ ਉਹ ਕਹਿੰਦਾ ਕਿ L2 ਨਾ ਸਿੱਖਣ ਦੀ ਵਜ੍ਹਾ L1 ਨਹੀਂ ਹੈਗਾ, ਤਾਂ ਇਹ ਚੀਜ਼ ਨਿਗਲੈਕਟ ਹੋ ਗਈ ਇੱਕ ਹਿਸਾਬ ਨਾਲ। ਫਿਰ ਸੈਕਿੰਡ ਕੌਨਸੈਪਟ ਆਇਆ ਐਰਰ ਐਨਾਲਿਸਿਸ। ਐਰਰ ਐਨਾਲਿਸਿਸ ਜਿਹੜਾ ਵਾ ਇਹ ਕੰਟਰਾਸਟਿਵ ਐਨਾਲਿਸਿਸ ਤੋਂ ਬਾਅਦ ਹੁਣ ਤੱਕ ਯੂਜ਼ ਹੋ ਰਿਹਾ। ਐਰਰ ਤੋਂ ਮਤਲਬ ਪਤਾ ਲੱਗ ਹੀ ਰਿਹਾ, ਐਰਰ ਦਾ ਮਤਲਬ ਕੋਈ ਗਲਤੀ, ਠੀਕ ਹੈ। ਐਰਰ ਐਨਾਲਿਸਿਸ ਦਾ ਮਤਲਬ ਕੀ ਆ, ਐਰਰ ਐਨਾਲਿਸਿਸ ਸਟ੍ਰੈਟਜੀ ਵਾਲੇ ਕਹਿੰਦੇ ਸਿਰਫ ਅਤੇ ਸਿਰਫ ਫੋਕਸ ਕਰੋ ਕਾਹਦੇ 'ਤੇ, ਜਿਹੜੀ ਲੈਂਗੁਏਜ ਨਵੀਂ ਉਹ ਪਰਸਨ ਸਿੱਖ ਰਿਹਾ ਨਾ,
ਜਿਹੜੀਆਂ ਵੀ ਉਹਦੇ ਵਿੱਚ ਮਿਸਟੇਕਸ ਜਾਂ ਐਰਰ ਕਰ ਰਿਹਾ ਸਿਰਫ ਉਹਦੀ ਸਟੱਡੀ ਕਰੋ। ਉਹ ਕਹਿੰਦੇ ਮਦਰ ਟੰਗ ਜਾਂ L1 ਦੀ ਤਾਂ ਗੱਲ ਹੀ ਨਾ ਕਰੋ। ਹਰੇਕ ਚੀਜ਼ ਇਹਨੂੰ ਆਪਾਂ ਬਲੇਮ ਨਹੀਂ ਕਰ ਸਕਦੇ ਕਿ ਇਹਦੇ ਕਰਕੇ ਪ੍ਰੋਬਲਮਸ ਆ ਰਹੀਆਂ ਨੇ, ਠੀਕ ਹੈ। ਉਹ ਕਹਿੰਦੇ ਸਿਰਫ ਫੋਕਸ ਕਰੋ ਸੈਕਿੰਡ ਲੈਂਗੁਏਜ ਸਿੱਖਦੇ ਹੋਏ ਉਹਦੇ ਵਿੱਚ ਐਰਰਸ ਕਿਹੜੇ ਆ ਰਹੇ, ਸਿਰਫ ਐਰਰਸ ਦੀ ਸਟੱਡੀ ਕਰਨਾ। ਤਾਂ ਇੱਥੇ ਛੋਟਾ ਜਿਹਾ ਡਿਫਰੈਂਸ ਹੈ ਕਿ ਐਰਰ ਅਤੇ ਮਿਸਟੇਕ 'ਚ ਫਰਕ ਕੀ ਹੈ। ਐਰਰ ਜਾਂ ਮਿਸਟੇਕ 'ਚ ਫਰਕ ਦੇਖੋ, ਅਗਰ ਆਪਾਂ ਇੱਥੇ ਇੱਕ ਐਗਜ਼ਾਮਪਲ ਲੈ ਲਈਏ 2+2 ਨੂੰ ਮੈਂ 5 ਲਿਖਤਾ, ਠੀਕ ਹੈ। ਇਹ ਮੇਰਾ ਐਰਰ ਹੈ ਕਿਉਂਕਿ ਮੈਨੂੰ ਐਕਚੁਅਲ ਦੇ ਵਿੱਚ ਰੂਲ ਹੀ ਨਹੀਂ ਪਤਾ ਕਿ 2+2 ਜਾਂ ਐਡੀਸ਼ਨ ਦਾ ਰੂਲ ਕੀ ਹੁੰਦਾ। 2+2 ਨੂੰ ਮੈਂ 5 ਇੱਦਾਂ ਹੀ ਲਿਖੀ ਰੱਖਿਆ, ਦਿਸ ਇਜ਼ ਮਾਈ ਐਰਰ। ਮੇਰੀ ਮਿਸਟੇਕ ਕੀ ਆ, ਮੈਂ 2+2 ਨੂੰ ਪਹਿਲਾਂ 5 ਲਿਖਿਆ, ਦੁਬਾਰਾ ਮੈਂ ਫਿਰ ਚੈੱਕ ਕੀਤਾ ਆਪਣਾ ਐਡੀਸ਼ਨ ਤਾਂ ਮੈਂ 4 ਲਿਖਤਾ, ਮਤਲਬ ਮੈਂ ਸਹੀ ਕਰ ਲਿਆ। ਦਿਸ ਇਜ਼ ਮਾਈ ਮਿਸਟੇਕ ਕਿਉਂਕਿ ਮੈਨੂੰ ਐਡੀਸ਼ਨ ਆਉਂਦੀ ਹੈ, ਬਾਈ ਚਾਂਸ ਮੇਰੇ ਤੋਂ ਮਿਸਟੇਕ ਹੋ ਗਈ। ਬਟ ਇੱਥੇ ਮੈਨੂੰ ਐਡੀਸ਼ਨ ਨਹੀਂ ਆਉਂਦੀ ਹੈਗੀ, ਆਈ ਡੋਂਟ ਨੋ ਦ ਰੂਲ, ਦੈਟ ਇਜ਼ ਜਿਹੜੀ ਇਹ 'ਚ ਪ੍ਰੋਬਲਮ ਆਈ ਹੈ, ਦੈਟ ਇਜ਼ ਐਰਰ। ਮੈਨੂੰ ਰੂਲ ਪਤਾ ਪਰ ਰੋਂਗਲੀ ਮੇਰੇ ਤੋਂ ਕੋਈ ਚੀਜ਼ ਬਾਈ ਚਾਂਸ ਗਲਤ ਹੋ ਗਈ, ਦੈਟ ਇਜ਼ ਮਾਈ ਮਿਸਟੇਕ। ਦੈਨ ਕਮਸ ਐਰਰ ਦੀਆਂ ਟਾਈਪਸ। ਐਰਰ ਦੀਆਂ ਟਾਈਪਸ ਹੁੰਦੀਆਂ ਨੇ, ਇੱਕ ਹੁੰਦਾ ਕੰਪੀਟੈਂਸ ਐਰਰ, ਇੱਕ ਹੁੰਦਾ ਪਰਫੋਰਮੈਂਸ ਐਰਰ। ਕੰਪੀਟੈਂਸ ਐਰਰ ਕੀ ਆ, ਜਦੋਂ ਸਾਨੂੰ ਕਿਸੇ ਚੀਜ਼ ਦੇ ਰੂਲ ਨਹੀਂ ਪਤਾ ਹੈਗੇ, ਜਿਵੇਂ ਆਪਾਂ ਪਿੱਛੇ ਗਲਤੀ ਕੀਤੀ ਹੈ, ਮੈਨੂੰ ਰੂਲ ਹੀ ਨਹੀਂ ਪਤਾ ਹੈਗਾ ਤਾਂ ਮੈਂ ਐਡੀਸ਼ਨ ਨਹੀਂ ਕਰ ਸਕੂੰਗੀ। ਪਰਫੋਰਮੈਂਸ ਐਰਰ ਕੀ ਆ, ਪਰਫੋਰਮੈਂਸ ਐਰਰ ਦੇ ਵਿੱਚ ਹੁੰਦਾ ਕਿ ਸਾਨੂੰ ਸਾਰੇ ਰੂਲ ਪਤਾ ਨੇ ਪਰ ਬੋਲਣ ਲੱਗੇ ਪਰਫੋਰਮੈਂਸ ਦਿੰਦੇ ਹੋਏ ਸਾਡੇ ਤੋਂ ਮਿਸਟੇਕ ਹੋ ਗਈ। ਲਾਈਕ ਇੰਗਲਿਸ਼ ਬੋਲਦੇ ਹੋਏ, ਠੀਕ ਹੈ, ਅਗਰ ਆਪਣਾ ਸਪੀਕਿੰਗ ਦਾ ਟੈਸਟ ਹੈ, ਮੇਰੇ ਤੋਂ ਸਲਿਪ ਆਫ ਟੰਗ ਹੋ ਗਿਆ, ਠੀਕ ਹੈ, ਮੈਂ ਸਟ੍ਰੈਸ ਵਿੱਚ ਸੀ ਜਾਂ ਕੋਈ ਕਨਫਲਿਕਟ ਜਾਂ ਫਟੀਗ ਸੀ ਤਾਂ ਉਹਦੇ ਕਰਕੇ ਮੇਰੇ ਤੋਂ ਮਿਸਟੇਕ ਹੋ ਗਈ। ਮੈਨੂੰ ਰੂਲਸ ਸਾਰੇ ਪਤਾ ਨੇ ਬਟ ਮੇਰੇ ਤੋਂ ਬਾਈ ਚਾਂਸ ਮਿਸਟੇਕ ਹੋਈ ਆ, ਮੇਰੀ ਪਰਫੋਰਮੈਂਸ ਉਹਦੇ ਨਾਲ ਅਫੈਕਟ ਹੋਈ ਹੈ, ਦੈਟ ਇਜ਼ ਐਰਰ ਆਫ ਪਰਫੋਰਮੈਂਸ। ਦੈਨ ਕੰਪੀਟੈਂਸ ਐਰਰ ਜਿਹੜੇ ਦੋ ਟਾਈਪ ਦੇ ਨੇ, ਇੰਟਰਲਿੰਗੁਅਲ ਐਂਡ ਇੰਟਰਾਲਿੰਗੁਅਲ। ਇੰਟਰ ਦਾ ਮਤਲਬ ਕੀ ਹੁੰਦਾ, ਬਿਟਵੀਨ ਟੂ, ਇੰਟਰ ਦਾ ਮਤਲਬ ਹੁੰਦਾ ਵਿਦਿਨ ਦਾ ਸੇਮ। ਬਟ ਇੰਟਰਲਿੰਗੁਅਲ ਐਰਰ ਕੀ ਆ, ਅਗਰ ਸਾਡੇ ਕੋਲ ਦੋ ਲੈਂਗੁਏਜਸ ਨੇ, ਦੋ ਲੈਂਗੁਏਜਸ ਦੇ ਵਿਚਕਾਰ ਕੋਈ ਐਰਰ ਆ ਰਿਹਾ, ਦੈਟ ਇਜ਼ ਇੰਟਰਲਿੰਗੁਅਲ। ਫੋਰ ਐਗਜ਼ਾਮਪਲ ਪੰਜਾਬੀ ਦਾ ਕੋਈ ਸੈਂਟੈਂਸ ਆ ਕਿ ਮੈਂ ਆਪਣੀ ਮਾਂ ਦੀ ਲਿਖੀ ਹੋਈ ਬੁੱਕ ਪੜ੍ਹ ਰਹੀ ਹਾਂ, ਠੀਕ ਹੈ, ਤਾਂ ਮੈਂ ਆਪਣੀ ਮਾਂ ਦੀ ਕਿਤਾਬ ਪੜ੍ਹ ਰਿਹਾ, ਆਪਾਂ ਇੰਗਲਿਸ਼ 'ਚ ਬਣਾਤਾ ਆਈ ਐਮ ਰੀਡਿੰਗ ਦਾ ਬੁੱਕ ਆਫ ਮਾਈ ਮਦਰ, ਮੈਂ ਇਹਦੇ ਅਕੋਰਡਿੰਗ ਇੰਗਲਿਸ਼ ਬਣਾਤੀ, ਠੀਕ ਹੈ। ਬਟ ਹੋਣਾ ਕੀ ਚਾਹੀਦਾ, ਆਈ ਐਮ ਰੀਡਿੰਗ ਮਾਈ ਮਦਰਸ ਬੁੱਕ, ਸਹੀ ਇਹ ਆ। ਤਾਂ ਦੋ ਲੈਂਗੁਏਜਸ ਦੇ ਵਿੱਚ ਜਿਹੜਾ ਐਰਰ ਆ ਗਿਆ, ਮੈਂ ਪੰਜਾਬੀ ਸਿੱਖੀ ਹੋਈ ਸੀ, ਉਸ ਅਕੋਰਡਿੰਗ ਮੈਂ ਇੰਗਲਿਸ਼ ਬਣਾਤੀ। ਅਲੱਗ-ਅਲੱਗ ਲੈਂਗੁਏਜਸ ਨੇ ਨਾ, ਇਹਨਾਂ ਦੇ ਵਿੱਚ ਐਰਰ ਆਇਆ, ਦੈਟ ਇਜ਼ ਇੰਟਰਲਿੰਗੁਅਲ ਐਰਰ। ਦੈਨ ਕਮਸ ਇੰਟਰਾਲਿੰਗੁਅਲ ਐਰਰ, ਜਿਹੜੀ ਸੇਮ ਭਾਸ਼ਾ ਦੇ ਵਿੱਚ ਆਪਣਾ ਐਰਰ ਆ ਰਿਹਾ, ਦੈਟ ਇਜ਼ ਇੰਟਰਾਲਿੰਗੁਅਲ। ਇੱਥੇ ਦੋ ਭਾਸ਼ਾਵਾਂ ਦੀ ਗੱਲ ਨਹੀਂ ਹੋ ਰਹੀ। ਜਿਵੇਂ ਇੰਗਲਿਸ਼ ਦੇ ਵਿੱਚ ਮੈਂ ਸਿੱਖਿਆ ਵਾਕ ਵਾਕਡ, ਟਾਕ ਟਾਕਡ, ਬਾਏ ਨੂੰ ਮੈਂ ਬਾਈਡ ਲਿਖਤਾ, ਮੈਂ ਈਡੀ ਲਾਉਣਾ ਸਿੱਖਿਆ ਸੀ, ਬਾਏ ਦੀ ਸੈਕਿੰਡ ਫਾਰਮ ਵੀ ਮੈਂ ਬਾਈਡ ਬਣਾਤੀ, ਠੀਕ ਹੈ। ਤਾਂ ਸੇਮ ਜਿਹੜਾ ਐਰਰ ਆ ਉਹ ਸੇਮ ਲੈਂਗੁਏਜ ਦੇ ਵਿੱਚ ਹੀ ਰਿਹਾ ਨਾ, ਆਪਾਂ ਕੋਈ ਹੋਰ ਲੈਂਗੁਏਜ ਨਹੀਂ ਲੈ ਕੇ ਆਏ। ਦਿਸ ਇਜ਼ ਕਾਲਡ ਇੰਟਰਾਲਿੰਗੁਅਲ ਐਰਰ। ਦੈਨ ਆ ਗਏ ਕਾਜ਼ਸ ਆਫ ਐਰਰ, ਕਿ ਜਿਹੜੇ ਐਰਰ ਨੇ ਉਹ ਆਉਂਦੇ ਕਿਉਂ ਨੇ। ਇਹਦੇ ਵਿੱਚ ਆ ਜਿਹੜੇ ਮਤਲਬ ਹੈਡਿੰਗਸ ਨੇ ਨਾ, ਉਹ ਇੱਦਾਂ ਯਾਦ ਕਰ ਲਿਓ। ਕਾਜ਼ਸ, ਇਹਨੂੰ ਯਾਦ ਕਰਨ ਲਈ ਮੈਂ ਬਣਾ ਲਿਆ ਆਫਿਸ, OFIIC। O ਦਾ ਮਤਲਬ ਓਵਰ ਜਨਰਲਾਈਜੇਸ਼ਨ, F ਦਾ ਮਤਲਬ ਫਾਲਸ ਕੌਨਸੈਪਟ, I ਦਾ ਮਤਲਬ ਇਨਕੰਪਲੀਟ ਐਪਲੀਕੇਸ਼ਨ, ਦੈਨ ਅਗਲੀ I ਦਾ ਮਤਲਬ ਇਗਨੋਰੈਂਸ ਆਫ ਰੂਲ। ਆਫਿਸ ਤੋਂ ਯਾਦ ਰੱਖ ਲਿਓ ਕਿ ਆਫਿਸ ਜਾ ਕੇ ਮੈਂ ਐਰਰ ਕਰ ਰਹੀ ਹਾਂ, ਦੈਟ ਆਰ ਕਾਜ਼ਸ ਆਫ ਐਰਰ, ਆਹ ਵਾਲਾ ਆਫਿਸ, ਠੀਕ ਹੈ। ਓਵਰ ਜਨਰਲਾਈਜੇਸ਼ਨ, ਜਿਵੇਂ ਆਪਾਂ ਇੱਥੇ ਕੀਤਾ ਕਿ ਆਪਾਂ ਰੂਲ ਆਪਾਂ ਪੜ੍ਹਤਾ, ਆਪਾਂ ਨੂੰ ਪਤਾ ਕਿ ਵਾਕ ਦੀ ਸੈਕਿੰਡ ਫਾਰਮ ਆਪਾਂ ਈਡੀ ਲਾ ਕੇ ਬਣਾਉਣੀ ਹੈ, ਆਪਾਂ ਹਰੇਕ ਜਗ੍ਹਾ ਹੀ ਇੱਦਾਂ ਕਰਨ ਲੱਗ ਗਏ, ਈਡੀ ਲਾਉਣ ਲੱਗ ਗਏ, ਆਪਾਂ ਇਹਨੂੰ ਓਵਰ ਜਨਰਲਾਈਜ਼ ਕਰ ਲਿਆ। ਦਿਸ ਇਜ਼ ਓਵਰ ਜਨਰਲਾਈਜੇਸ਼ਨ ਆਫ ਸਮਥਿੰਗ। ਇਨਕੰਪਲੀਟ ਐਪਲੀਕੇਸ਼ਨ ਆਫ ਰੂਲਸ, ਆਪਾਂ ਸਿੱਖਿਆ ਸੀਗਾ ਡੂ ਯੂ ਲਾਈਕ ਟੂ ਪਲੇ, ਇੰਟੈਰੋਗੇਟਿਵ ਸੈਂਟੈਂਸ ਬਣਾਉਣਾ, ਠੀਕ ਹੈ, ਕਿ ਪਿੱਛੇ ਕੁਐਸਚਨ ਮਾਰਕ ਲੱਗ ਜਾਂਦਾ। ਆਪਾਂ ਸਿੰਪਲ ਯੂ ਲਾਈਕ ਟੂ ਪਲੇ ਬਣਾਤਾ, ਪਿੱਛੇ ਕੁਐਸਚਨ ਮਾਰਕ ਲਾਤਾ, ਪਰ ਇੱਥੇ ਡੂ ਲੱਗਣਾ ਹੀ ਲੱਗਣਾ ਹੈ, ਠੀਕ ਹੈ। ਇੱਥੇ ਆਪਾਂ ਰੂਲ ਦੀ ਐਪਲੀਕੇਸ਼ਨ ਇਨਕੰਪਲੀਟ ਕਰਤੀ, ਮਤਲਬ ਤੁਸੀਂ ਡੂ ਨਹੀਂ ਲਾਇਆ ਹੈਗਾ, ਤਾਂ ਆਪਣਾ ਸੈਂਟੈਂਸ ਗਲਤ ਹੋ ਗਿਆ। ਦੈਨ ਇਜ਼ ਫਾਲਸ ਕੌਨਸੈਪਟ। ਫਾਲਸ ਕੌਨਸੈਪਟ ਕੀ ਆ, ਆਪਾਂ ਸਿੱਖਿਆ ਸੀਗਾ ਕਿ ਵਾਜ਼ ਨੂੰ ਪਾਸਟ ਲਈ ਯੂਜ਼ ਕਰੀਦਾ, ਠੀਕ ਹੈ, ਜਿੱਥੇ ਵਾਜ਼ ਮਤਲਬ ਪਾਸਟ ਲਾਉਣਾ ਵਾ, ਪਾਸਟ ਸੈਂਟੈਂਸ ਬਣਾਉਣ ਲਈ ਵਾਜ਼ ਲਾਈਦਾ, ਆਪਾਂ ਲਿਖਤਾ ਇਟ ਵਾਜ਼ ਹੈਪਨਡ, ਆਪਾਂ ਉਸ ਕੌਨਸੈਪਟ ਨੂੰ ਫਾਲਸਲੀ ਹਾਈਪੋਥਾਈਜ਼ ਕਰ ਲਿਆ, ਠੀਕ ਹੈ। ਇਗਨੋਰੈਂਸ ਆਫ ਰੂਲ ਰਿਸਟ੍ਰਿਕਸ਼ਨ, ਇਹਦੇ ਵਿੱਚ ਕੀ ਆ, ਆਪਾਂ ਇੱਕ ਜਗ੍ਹਾ ਪੜ੍ਹ ਲਿਆ ਹੀ ਆਸਕਡ ਮੀ ਟੂ ਗੋ, ਇਨਫਿਨਿਟਿਵ ਕੰਪਲੀਮੈਂਟ ਇੱਥੇ ਲਾਤਾ, ਆਪਾਂ ਟੂ ਲਾਤਾ, ਠੀਕ ਹੈ। ਆਪਾਂ ਇਹਨੂੰ ਟੂ ਨੂੰ ਇੱਥੇ ਵੀ ਯੂਜ਼ ਕਰ ਲਿਆ, ਹੀ ਮੇਡ ਮੀ ਟੂ ਲਾਫ,
ਇਹ ਗਲਤ ਹੈ, ਠੀਕ ਹੈ। ਤਾਂ ਆਉਣਾ ਚਾਹੀਦਾ ਸੀ ਹੀ ਮੇਡ ਮੀ ਲਾਫ, ਕਿਉਂਕਿ ਇੱਥੇ ਆਇਆ ਸੀਗਾ ਹੀ ਆਸਕਡ ਮੀ ਟੂ ਗੋ, ਸੈਕਿੰਡ ਫਾਰਮ ਮੀ ਟੂ ਗੋ ਲਾਇਆ ਸੀਗਾ। ਇੱਥੇ ਸੈਕਿੰਡ ਫਾਰਮ ਲੱਗੀ ਹੋਈ ਹੈ ਮੇਡ ਮੀ, ਇੱਥੇ ਆਪਾਂ ਫੇਰ ਟੂ ਲਾਤਾ। ਤਾਂ ਇੱਥੇ ਆਪਾਂ ਰੂਲ ਰਿਸਟ੍ਰਿਕਸ਼ਨ ਨੂੰ ਇਗਨੋਰ ਕਰਤਾ ਕਿ ਫਲਾਣੀ ਚੀਜ਼ ਜਿਹੜੀ ਹੈ ਅਗਰ ਇਨਫਿਨਿਟ ਕੰਪਲੀਮੈਂਟ ਹੈ ਉਹ ਇੱਥੇ ਲੱਗ ਸਕਦਾ, ਇੱਥੇ ਨਹੀਂ ਲੱਗੂਗਾ, ਠੀਕ ਹੈ। ਆਪਾਂ ਰੂਲ ਰਿਸਟ੍ਰਿਕਸ਼ਨ ਨੂੰ ਭੁੱਲ ਗਏ। ਤਾਂ ਇਹ 4 ਨੇ, ਓਵਰ ਜਰਨਲਾਈਜੇਸ਼ਨ, ਇਨਕੰਪਲੀਟ ਐਪਲੀਕੇਸ਼ਨ, ਫਾਲਸ ਕੌਨਸੈਪਟ, ਇਗਨੋਰੈਂਸ ਆਫ ਰੂਲ, ਇਹ ਸੀਗੇ ਕਾਜ਼ਸ। ਦੈਨ ਆ ਗਿਆ ਆਈਡੈਂਟੀਫਿਕੇਸ਼ਨ ਆਫ ਐਰਰ, ਕਿ ਐਰਰਸ ਨੂੰ ਆਈਡੈਂਟੀਫਾਈ ਕਿਵੇਂ ਕਰਨਾ। ਸਭ ਤੋਂ ਪਹਿਲਾਂ ਪਤਾ ਕਰਨਾ ਕਿ ਐਰਰ ਹੈ ਕੀ, ਕਿਹੜਾ ਐਰਰ ਹੈ, ਠੀਕ ਹੈ। ਐਰਰ ਆਫ ਕੰਪੀਟੈਂਸ ਹੈ, ਪਰਫੋਰਮੈਂਸ ਹੈ, ਇੰਟਰਲਿੰਗੁਅਲ ਹੈ ਜਾਂ ਇੰਟਰਾਲਿੰਗੁਅਲ ਹੈ, ਜਿਹੜਾ ਆਪਾਂ ਪੜ੍ਹ ਹੀ ਚੁੱਕੇ ਹਾਂ। ਡਿਸਟਿੰਕਸ਼ਨ ਬਿਟਵੀਨ ਐਰਰ ਐਂਡ ਮਿਸਟੇਕ, ਦੈਨ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਐਰਰ ਕੀਤਾ ਹੈ ਬੰਦੇ ਨੇ ਜਾਂ ਮਿਸਟੇਕ ਹੈ। ਐਰਰ ਦਾ ਮਤਲਬ 2+2 ਉਹ 5 ਲਿਖ ਰਿਹਾ ਕਿਉਂਕਿ ਉਹਨੂੰ ਐਡੀਸ਼ਨ ਨਹੀਂ ਪਤਾ, ਜਾਂ ਉਹ 2+2 ਪਹਿਲਾਂ ਉਹਨੇ 5 ਲਿਖਿਆ ਸੀ, ਕੱਟ ਕੇ 4 ਲਿਖਤਾ, ਦੈਟ ਮੀਨਸ ਉਹਨੂੰ ਰੂਲਸ ਦਾ ਪਤਾ, ਉਹਨੂੰ ਉਹ ਤੋਂ ਬਾਈ ਚਾਂਸ ਮਿਸਟੇਕ ਹੋਈ ਹੈ। ਓਵਰਟ ਐਂਡ ਕੋਵਰਟ ਐਰਰ, ਓਵਰਟ ਐਰਰ ਹੁੰਦੇ ਆ ਜਿਹੜੇ ਸਟਰਕਚਰ ਬੇਸਡ ਹੁੰਦੇ ਆ, ਲਾਈਕ ਮੈਂ ਲਿਖਤਾ ਹੀ ਰਨਡ, ਇਹ ਸਟਰਕਚਰ ਗਲਤ ਹੈ ਨਾ, ਹੀ ਇਜ਼ ਰਨਿੰਗ ਆ ਸਕਦਾ ਸੀਗਾ, ਹੀ ਰੈਨ ਆ ਸਕਦਾ ਸੀਗਾ, ਇੱਥੇ ਆਪਾਂ ਸਟਰਕਚਰ ਗਲਤ ਬਣਾਤਾ। ਕੋਵਰਟ ਐਰਰ ਕੀ ਹੈ, ਜਦੋਂ ਆਪਣੇ ਸੈਂਟੈਂਸ ਦਾ ਮੀਨਿੰਗ ਕਨਵੇ ਨਾ ਹੋਵੇ। ਜਿਵੇਂ ਸਪੀਕਰ ਨੇ ਕਨਵੇ ਕਰਨਾ ਸੀਗਾ ਕਿ ਅਸੀਂ 3 ਹਫ਼ਤਿਆਂ ਤੋਂ ਇੱਥੇ ਹਾਂ, ਉਹਨੇ ਲਿਖਤਾ ਵੀ ਆਰ ਹੇਅਰ ਫॉर 3 ਵੀਕਸ, ਐਕਚੁਅਲ 'ਚ ਕੀ ਲਿਖਣਾ ਚਾਹੀਦਾ ਸੀ, ਵੀ ਹੈਵ ਬਿਨ ਹੇਅਰ ਫॉर 3 ਵੀਕਸ। ਤਾਂ ਉਹ ਆਪਣਾ ਮੀਨਿੰਗ ਕਨਵੇ ਕਰਨ ਦੇ ਵਿੱਚ ਮੀਨਿੰਗ ਸਹੀ ਨਹੀਂ ਕਨਵੇ ਕਰ ਰਿਹਾ, ਠੀਕ ਹੈ, ਗਲਤੀ ਕਰ ਰਿਹਾ, ਤਾਂ ਉਹਦਾ ਮੀਨਿੰਗ ਸਹੀ ਤਰ੍ਹਾਂ ਕਨਵੇ ਨਹੀਂ ਹੋ ਰਿਹਾ। ਓਕੇ, ਦੈਨ ਇਜ਼ ਕੈਟਾਗਰੀਜ਼, ਐਰਰ ਦੀਆਂ ਕੈਟਾਗਰੀਜ਼। ਹੁਣ ਐਰਰ ਕੋਈ ਪਰਸਨ ਕਿਵੇਂ ਕਰ ਸਕਦਾ, ਜਾਂ ਤਾਂ ਉਹ ਕੋਈ ਰਿਕੁਆਇਰਡ ਐਲੀਮੈਂਟ ਵਿੱਚੋਂ ਮਿਸ ਕਰ ਜਾਂਦਾ। ਹੀ ਇਜ਼ ਸਲੀਪਿੰਗ ਲਿਖਣਾ ਸੀ, ਉਹਨੇ ਹੀ ਸਲੀਪਿੰਗ ਲਿਖਤਾ, ਇਜ਼ ਉਹਨੇ ਓਮਿਟ ਕਰਤਾ। ਕੋਈ ਅਨਨੈਸੈਸਰੀ ਚੀਜ਼ ਉਹਨੇ ਐਡ ਕਰਤੀ, ਹੀ ਰਿਟਰਨਡ ਬੈਕ, ਹੀ ਰਿਟਰਨ ਤੱਕ ਹੀ ਕੰਮ ਖਤਮ ਹੋ ਸਕਦਾ ਸੀ, ਉਹਨੇ ਬੈਕ ਐਕਸਟਰਾ ਐਡ ਕਰਤਾ ਅਨਨੈਸੈਸਰੀ। ਸਿਲੈਕਸ਼ਨ ਆਫ ਇਨਕਰੈਕਟ ਐਲੀਮੈਂਟ, ਦ ਡੌਗ ਈਟਡ, ਦ ਡੌਗ ਈਟਡ ਦਾ ਈਟਡ ਤਾਂ ਹੁੰਦਾ ਹੀ ਨਹੀਂ, ਠੀਕ ਹੈ, ਉਹਨੇ ਇਨਕਰੈਕਟ ਫਾਰਮ ਯੂਜ਼ ਕੀਤੀ, ਇਨਕਰੈਕਟ ਐਲੀਮੈਂਟ ਲਾਤਾ। ਮਿਸ ਆਰਡਰਿੰਗ ਆਫ ਐਲੀਮੈਂਟ, ਲਿਖਣਾ ਸੀਗਾ ਵਾਟ ਇਜ਼ ਹੀ ਡੂਇੰਗ, ਉਹਨੇ ਲਿਖਤਾ ਵਾਟ ਹੀ ਇਜ਼ ਡੂਇੰਗ, ਤਾਂ ਉਹਨੇ ਐਲੀਮੈਂਟਸ ਨੂੰ ਮਿਸ ਆਰਡਰ ਕਰਤਾ। ਇਹ 4 ਚੀਜ਼ਾਂ ਆ ਗਈਆਂ, ਮਤਲਬ ਅਲੱਗ-ਅਲੱਗ ਕੈਟਾਗਰੀਜ਼ ਨੇ ਕਿ ਆਹ ਇੱਦਾਂ ਵੀ ਐਰਰ ਆ ਸਕਦਾ। ਸਟੈਪਸ ਆਫ ਐਰਰ ਐਨਾਲਿਸਿਸ ਦੇ ਵਿੱਚ ਪਹਿਲਾ ਹੈਗਾ ਕਲੈਕਟਿੰਗ ਸੈਂਪਲ। ਜਿਵੇਂ ਆਪਾਂ ਕਲਾਸ ਟੈਸਟ ਲਿਆ, ਟੈਸਟ ਕਲੈਕਟ ਕਰ ਲਏ, ਆਈਡੈਂਟੀਫਾਈ ਦਾ ਐਰਰ, ਐਰਰਸ ਦੇ ਉੱਤੇ ਆਪਾਂ ਅਰਾਊਂਡ ਮਤਲਬ ਬਣਾਤੇ, ਠੀਕ ਹੈ, ਆਈਡੈਂਟੀਫਾਈ ਕਰ ਲਿਆ। ਦੈਨ ਡਿਸਕਰਾਈਬ ਦਾ ਐਰਰ, ਕਿਹੜਾ ਐਰਰ ਆ, ਠੀਕ ਹੈ, ਕੋਈ ਪਰਫੋਰਮੈਂਸ ਐਰਰ ਆ, ਕੰਟੈਕਚੁਅਲ ਐਰਰ ਆ, ਕੋਈ ਇਜ਼ਐਮਆਰ ਦੀ ਗਲਤੀ ਆ, ਜਾਂ ਕੋਈ ਵਰਬ ਦੀ ਫਾਰਮ ਦੀ ਗਲਤੀ ਆ, ਠੀਕ ਹੈ। ਦੈਨ ਉਹਨਾਂ ਨੂੰ ਐਕਸਪਲੇਨ ਕਰਨਾ, ਜਿਵੇਂ ਆਪਾਂ ਨੋਟ ਪਾ ਦਿੰਦੇ ਹਾਂ ਕਿ ਤੁਹਾਡੀ ਆਹ ਗਲਤੀ ਹੈ, ਮੈਂ ਪਾਸਟ ਇੰਡੈਫੀਨਿਟ ਬਣਾਉਣ ਨੂੰ ਕਿਹਾ ਸੀ, ਠੀਕ ਹੈ, ਤੁਸੀਂ ਪਾਸਟ ਕੰਟੀਨਿਊਸ ਬਣਾਤਾ, ਜਾਂ ਈਡੀ ਨਹੀਂ ਸੀ ਲੱਗਣਾ, ਵਟ ਐਵਰ, ਉਹਦੀ ਐਕਸਪਲੇਨੇਸ਼ਨ ਦੇ ਦੇਣੀ ਹੈ। ਲਾਸਟ ਦੇ ਵਿੱਚ ਇਵੈਲੂਏਟ ਐਂਡ ਕਰੈਕਸ਼ਨ ਆਫ ਐਰਰ।